ਹੈਲੋ एवरीवन। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਟੌਪਿਕ ਸਟਾਰਟ ਕਰਨਾ ਬੱਚੇ ਮਿਨੀਮਾ ਐਂਡ ਮੈਕਸਿਮਮ। ਦੇਖੋ ਜੇ ਅਸੀਂ ਇਹਦੇ ਨੇਮ ਤੋਂ ਹੀ ਸੋਚੀਏ ਮਿਨੀਮਮ ਤੇ ਮੈਕਸਿਮਮ ਕੀ ਹੋਏਗਾ। ਮਿਨੀਮਮ ਵੈਲਿਊ ਸਭ ਤੋਂ ਛੋਟੀ ਵੈਲਿਊ, ਮੈਕਸਿਮਮ ਵੈਲਿਊ ਸਭ ਤੋਂ ਵੱਡੀ ਵੈਲਿਊ। ਹੁਣ ਅਸੀਂ ਨੇ ਫੰਕਸ਼ਨਸ ਪੜ੍ਹਿਆ, ਡੈਰੀਵੇਟਿਵਸ ਪੜ੍ਹਿਆ, ਹੁਣ ਉਸ ਤੋਂ ਬਾਅਦ ਅਸੀਂ ਮਿਨੀਮਾ ਤੇ ਮੈਕਸਿਮਮ ਸਟਾਰਟ ਕਰ ਰਹੇ ਹਾਂ। ਸੋ ਕਿਸੇ ਫੰਕਸ਼ਨ ਦੀ ਸਭ ਤੋਂ ਗ੍ਰੇਟੈਸਟ ਵੈਲਿਊ ਕੀ ਕਹਾਏਗੀ? ਮੈਕਸਿਮਮ ਵੈਲਿਊ। ਕਿਸੇ ਫੰਕਸ਼ਨ ਦੀ ਸਭ ਤੋਂ ਛੋਟੀ ਵੈਲਿਊ ਨੂੰ ਅਸੀਂ ਕੀ ਕਹਾਂਗੇ? ਮਿਨੀਮਮ ਵੈਲਿਊ। ਜੇ ਅਕੋਰਡਿੰਗ ਟੂ ਨੇਮ ਵਿੱਚ ਅਸੀਂ ਗੈਸ ਲਾਉਣਾ ਚਾਹੀਏ ਤਾਂ ਸਿੱਧੀ ਦੀ ਤਰ੍ਹਾਂ। ਹੁਣ ਮੈਥਾਮੈਟੀਕਲ ਕੰਸੈਪਟ ਕੀ ਆ, ਅਸੀਂ ਉਹਨੂੰ ਕਿਵੇਂ ਸਮਝਣਾ, ਡੈਫੀਨੇਸ਼ਨ ਕੀ ਆ, ਉਹ ਬਾਅਦ ਦੀ ਗੱਲ ਆ। ਪਹਿਲਾਂ ਸਿੰਪਲੀ ਅਸੀਂ ਇਹਦੇ ਨੇਮ ਤੋਂ ਕੀ ਸੁਜੈਸਟ ਹੋ ਰਿਹਾ। ਕਹਿੰਦੇ ਨੇਮ ਤੋਂ ਪਤਾ ਲੱਗ ਰਿਹਾ ਕਿਸੇ ਚੀਜ਼ ਦੀ ਅਸੀਂ ਨੇ ਵੱਡੀ ਤੇ ਛੋਟੀ ਵੈਲਿਊ ਆ ਜਿਹੜੀ ਉਹ ਫਾਈਂਡ ਕਰਨੀ ਆ। ਹੁਣ ਆ ਜਾਓ ਬੱਚੇ ਡੈਫੀਨੇਸ਼ਨ 'ਤੇ। ਕਹਿੰਦੇ ਸਭ ਤੋਂ ਪਹਿਲਾਂ ਅਸੀਂ ਨੇ ਕੋਈ ਇੱਕ ਫੰਕਸ਼ਨ ਲਿਆ ਐਫ, ਕੋਈ ਵੀ ਫੰਕਸ਼ਨ ਸਾਨੂੰ ਦਿੱਤਾ ਹੋਇਆ ਐਫ, ਕਿਸੇ ਪਰਟੀਕੂਲਰ ਪੁਆਇੰਟ 'ਤੇ, ਕਿਸੇ ਵੀ ਪਰਟੀਕੂਲਰ ਪੁਆਇੰਟ 'ਤੇ ਇਸ ਫੰਕਸ਼ਨ ਦੀ ਵੈਲਿਊ ਨੂੰ ਕਦੋਂ ਅਸੀਂ ਮਿਨੀਮਮ ਕਦੋਂ ਅਸੀਂ ਮੈਕਸਿਮਮ ਬੋਲਾਂਗੇ ਉਹਦੀ ਗੱਲ ਕਰਨੀ ਆ। ਕਹਿੰਦੇ ਬੱਚੇ ਕੋਈ ਫੰਕਸ਼ਨ ਹੈ ਐਫ ਅਤੇ ਇਹਦੀ ਅਸੀਂ ਮੰਨ ਲਓ ਗ੍ਰਾਫ ਬਣਾਇਆ। ਹੁਣ ਜਦੋਂ ਅਸੀਂ ਗ੍ਰਾਫ ਰਿਪਰਜੈਂਟ ਕਰਦੇ ਹਾਂ ਤਾਂ ਮੰਨ ਲਓ ਇਸ ਫੰਕਸ਼ਨ ਦਾ ਗ੍ਰਾਫ ਕੁਛ ਇਸ ਤਰ੍ਹਾਂ ਦੇ ਨਾਲ ਬਣਿਆ, ਕੁਛ ਇਸ ਤਰ੍ਹਾਂ ਦੇ ਨਾਲ ਇਹਦਾ ਸਾਡੇ ਕੋਲ ਗ੍ਰਾਫ ਬਣਿਆ। ਤਾਂ ਤੁਸੀਂ ਦੇਖੋਗੇ ਕਿ ਜਦੋਂ ਅਸੀਂ ਇਹ ਗ੍ਰਾਫ ਬਣਾਇਆ ਬੱਚੇ ਤਾਂ ਇੱਕ ਪੁਆਇੰਟ ਇਹੋ ਜਿਹਾ ਸੀਗਾ ਜਿੱਥੇ ਫੰਕਸ਼ਨ ਦੀ ਸਭ ਤੋਂ ਹਾਈਐਸਟ ਵੈਲਿਊ ਆਈ। ਮੰਨ ਲਓ ਜਿਵੇਂ ਅਸੀਂ ਆਹ ਐਕਸ ਨੂੰ 1 ਭਰਿਆ ਤਾਂ ਇੱਥੇ ਵੈਲਿਊ ਆ ਗਈ, ਠੀਕ ਹੈ ਜੀ। ਐਕਸ ਨੂੰ 2 ਭਰਿਆ ਤਾਂ ਇੱਥੇ ਵੈਲਿਊ ਆ ਗਈ। ਇਸੇ ਤਰ੍ਹਾਂ ਕੋਈ ਇੱਕ ਪੁਆਇੰਟ ਸੀ ਐਕਸ ਇਜ਼ ਇਕੁਅਲ ਟੂ ਸੀ, ਜਦੋਂ ਇਸਨੂੰ ਅਸੀਂ ਸੀ ਭਰਿਆ ਤਾਂ ਫੰਕਸ਼ਨ ਦੀ ਵੈਲਿਊ ਕੁਛ ਇੱਥੇ ਆ ਗਈ ਫੰਕਸ਼ਨ। ਇਟ ਮੀਨਸ ਇਹ ਕਿਸ ਪੁਆਇੰਟ 'ਤੇ ਆ? ਐਕਸ ਇਜ਼ ਇਕੁਅਲ ਟੂ ਸੀ 'ਤੇ ਐਫ ਦੀ ਵੈਲਿਊ ਆ। ਬਾਕੀ ਜਦੋਂ ਅਗੇਨ ਬੱਚੇ ਸੀ ਤੋਂ ਅਗਲੀਆਂ ਵੈਲਿਊਜ਼ ਭਰੀਆਂ ਫੰਕਸ਼ਨ ਫਿਰ ਕੀ ਹੋਣ ਲੱਗ ਗਿਆ? ਡਿਕਰੀਜ਼, ਮਤਲਬ ਛੋਟਾ ਹੁੰਦਾ ਗਿਆ, ਨੀਚੇ ਨੂੰ ਡਾਊਨਫਾਲ 'ਚ ਆ ਗਿਆ। ਤਾਂ ਹੁਣ ਜਦੋਂ ਸਾਨੂੰ ਕਿਸੇ ਪੁਆਇੰਟ 'ਤੇ ਫੰਕਸ਼ਨ ਦੀ ਹਾਈਐਸਟ ਵੈਲਿਊ ਮਿਲ ਜਾਵੇ, ਉਹ ਵੈਲਿਊ ਜੋ ਬਾਕੀ ਸਾਰੀਆਂ ਵੈਲਿਊਜ਼ ਤੋਂ ਕੀ ਹੋਵੇ? ਵੱਡੀ ਹੋਵੇ। ਇਸ ਵੈਲਿਊ ਨੂੰ ਅਸੀਂ ਫੰਕਸ਼ਨ ਦੀ ਕੀ ਬੋਲਾਂਗੇ? ਮੈਕਸੀਮਮ ਵੈਲਿਊ। ਅਗੇਨ ਬੱਚੇ ਕੋਈ ਫੰਕਸ਼ਨ ਕਿਸੇ ਇੱਕ ਪਰਟੀਕੂਲਰ ਪੁਆਇੰਟ 'ਤੇ ਜਦੋਂ ਉਹਦੀ ਸਭ ਤੋਂ ਹਾਈਐਸਟ ਵੈਲਿਊ ਮਿਲਦੀ ਹੈ ਕਿਸੇ ਓਪਨ ਇੰਟਰਵਲ A to B ਦੇ ਵਿੱਚ, ਤਾਂ ਅਸੀਂ ਉਸ ਪੁਆਇੰਟ 'ਤੇ ਫੰਕਸ਼ਨ ਨੂੰ ਕੀ ਬੋਲਦੇ ਹਾਂ? ਮੈਕਸੀਮਮ ਬੋਲਦੇ ਹਾਂ। ਅਤੇ ਲਿਖਦੇ ਕਿਵੇਂ ਬੱਚੇ? ਦੀ ਮੈਥਾਮੈਟੀਕਲ ਨੋਟੇਸ਼ਨ ਕੀ ਆ? ਕਹਿੰਦੇ ਐਫ ਆਫ ਸੀ, ਕਿਸੇ ਸੀ ਪੁਆਇੰਟ 'ਤੇ ਐਫ ਫੰਕਸ਼ਨ ਦੀ ਵੈਲਿਊ ਗ੍ਰੇਟਰ ਦੈਨ ਇਕੁਅਲ ਟੂ ਹੋਏਗੀ ਐਫ ਆਫ ਐਕਸ ਫॉर ਆਲ ਐਕਸ ਬਿਲੋਂਗਸ ਟੂ, ਜੋ ਵੀ ਅਸੀਂ ਇੰਟਰਵਲ ਲਵਾਂਗੇ A to B। ਮੰਨ ਲਓ ਬੱਚੇ ਅਸੀਂ ਕੋਈ A to B ਇੰਟਰਵਲ ਲਿਆ, ਓਪਨ ਇੰਟਰਵਲ, ਉਹਦੇ ਵਿੱਚੋਂ ਕੋਈ ਵੀ ਹੋਰ ਵੈਲਿਊ ਚੱਕੀ ਸੀ ਤੋਂ ਬਿਨਾਂ, ਉਹਨਾਂ ਸਾਰੀਆਂ ਵੈਲਿਊਜ਼ ਦੇ ਲਈ ਐਫ ਸੀ ਤੋਂ ਇਸ ਫੰਕਸ਼ਨ ਦੀ ਵੈਲਿਊ ਕੀ ਹੋਏਗੀ? ਛੋਟੀ ਹੋਏਗੀ। ਤਾਂ ਅਸੀਂ ਸੀ ਪੁਆਇੰਟ ਨੂੰ ਕੀ ਬੋਲਾਂਗੇ? ਉਸ ਫੰਕਸ਼ਨ ਦੀ ਮੈਕਸੀਮਮ ਪੁਆਇੰਟ ਬੋਲਾਂਗੇ, ਅਤੇ ਜਿਹੜੀ ਫੰਕਸ਼ਨ ਦੀ ਵੈਲਿਊ ਹੋਊਗੀ ਉਹਨੂੰ ਅਸੀਂ ਮੈਕਸੀਮਮ ਵੈਲਿਊ ਬੋਲਾਂਗੇ। ਹੁਣ ਇਹੀ ਚੀਜ਼ ਵਿੱਚ ਅਸੀਂ ਮਿਨੀਮਮ ਦੇ ਲਈ ਪੜ੍ਹ ਸਕਦੇ ਹਾਂ। ਕਹਿੰਦੇ ਕੋਈ ਜਿਵੇਂ ਹੁਣ ਅਸੀਂ ਫੰਕਸ਼ਨ ਬਣਾਇਆ, ਫੰਕਸ਼ਨ ਦਾ ਗ੍ਰਾਫ ਕੰਸਟਰਕਟ ਕੀਤਾ ਅਤੇ ਉਹਦਾ ਗ੍ਰਾਫ ਸਾਡੇ ਕੋਲ ਕੁਛ ਇਸ ਤਰ੍ਹਾਂ ਦੇ ਨਾਲ ਬਣ ਗਿਆ। ਹਾਂਜੀ, ਅਸੀਂ ਕੋਈ ਗ੍ਰਾਫ ਬਣਾਇਆ ਬੱਚੇ, ਉਹਦਾ ਮੰਨ ਲਓ ਗ੍ਰਾਫ ਸਾਡੇ ਕੋਲ ਇਸ ਤਰ੍ਹਾਂ ਬਣਿਆ, ਡਾਊਨਫਾਲ ਨਹੀਂ, ਇਹ ਤਾਂ ਇਨਕਰੀਜ਼ਿੰਗ, ਇਸ ਤਰ੍ਹਾਂ ਦੇ ਨਾਲ ਬਣਿਆ। ਹੁਣ ਇੱਥੇ ਦੇਖਿਆ ਬੱਚੇ, ਕਹਿੰਦਾ ਅਸੀਂ ਜਦੋਂ ਐਕਸ ਨੂੰ 1 ਭਰਿਆ ਸੀਗਾ ਤਾਂ ਵੈਲਿਊ ਉਰੇ ਸੀ, 2 ਭਰਿਆ ਤਾਂ ਉਰੇ ਸੀ, ਇੱਕ ਕੋਈ ਪੁਆਇੰਟ ਸੀ ਐਕਸ ਇਜ਼ ਇਕੁਅਲ ਟੂ ਸੀ, ਜਦੋਂ ਇਹ ਵੈਲਿਊ ਭਰੀ ਤਾਂ ਪੁਆਇੰਟ ਉਰੇ ਆ ਗਿਆ ਸਾਡੇ ਕੋਲ। ਫਿਰ ਉਸ ਤੋਂ ਬਾਅਦ ਸਾਡੇ ਕੋਲ ਬੱਚੇ ਇਹਨੂੰ ਅਸੀਂ ਨੇ ਭਰਿਆ ਮੰਨ ਲਓ ਐਕਸ ਇਜ਼ ਇਕੁਅਲ ਟੂ ਸਮਥਿੰਗ। ਹੁਣ ਇੱਕ ਪੁਆਇੰਟ ਇਹਦੇ ਵਿੱਚ ਇਹੋ ਜਿਹਾ ਸੀ ਜਿੱਥੇ ਫੰਕਸ਼ਨ ਦੀ ਵੈਲਿਊ ਸਭ ਤੋਂ ਛੋਟੀ ਸੀ। ਜਿਹੜੀ ਇਹ ਕਰਵ ਬਣ ਰਹੀ ਹੈ ਬੱਚੇ ਫੰਕਸ਼ਨ ਦੀਆਂ ਵੈਲਿਊਜ਼ ਨੂੰ ਹੀ ਰਿਪਰਜੈਂਟ ਕਰ ਰਹੀ ਆ। ਤਾਂ ਇੱਕ ਵੈਲਿਊ ਇਹੋ ਜਿਹੀ ਸੀਗੀ ਜਿੱਥੇ ਫੰਕਸ਼ਨ ਦੀ ਵੈਲਿਊ ਸਭ ਤੋਂ ਲੀਸਟ ਸੀ, ਸਭ ਤੋਂ ਛੋਟੀ ਸੀ। ਕਿਹੜਾ ਪੁਆਇੰਟ? ਐਕਸ ਇਜ਼ ਇਕੁਅਲ ਟੂ ਸੀ। ਜਦੋਂ ਕੋਈ ਫੰਕਸ਼ਨ ਸਾਨੂੰ ਇਸ ਤਰ੍ਹਾਂ ਸਭ ਤੋਂ ਛੋਟੀ ਵੈਲਿਊ ਦੇਗਾ, ਉਸ ਛੋਟੀ ਵੈਲਿਊ ਨੂੰ ਅਸੀਂ ਕੀ ਬੋਲਾਂਗੇ? ਮਿਨੀਮਮ ਵੈਲਿਊ ਆਫ ਆ ਫੰਕਸ਼ਨ। ਮਿਨੀਮਮ ਵੈਲਿਊ ਆਫ ਆ ਫੰਕਸ਼ਨ, ਮਿਨੀਮਮ ਵੈਲਿਊ ਆਫ ਆ ਫੰਕਸ਼ਨ। ਹੁਣ ਇਹਨੂੰ ਮੈਥਾਮੈਟੀਕਲੀ ਕਿਵੇਂ ਲਿਖਾਂਗੇ ਬੱਚੇ? ਕਹਿੰਦਾ ਐਫ ਆਫ ਸੀ, ਮਤਲਬ ਫੰਕਸ਼ਨ ਦੀ ਵੈਲਿਊ ਐਟ ਅ ਪੁਆਇੰਟ ਸੀ, ਇਹ ਸਾਡੇ ਕੋਲ ਲੈਸ ਦੈਨ ਹੋਏਗੀ, ਲੈਸ ਦੈਨ ਫॉर ਆਲ ਐਫ ਐਕਸ, ਜਿੰਨੀਆਂ ਵੀ ਹੋਰ ਐਫ ਐਕਸ ਅਸੀਂ ਨੇ ਐਕਸ ਵੈਲਿਊਜ਼ ਪਾਈਆਂ ਨੇ ਇਹ ਤੇ ਨੇੜੇ ਤੇੜੇ ਸਾਰੇ ਇੰਟਰਵਲ ਦੇ ਵਿੱਚੋਂ, ਉਹ ਸਾਰੀਆਂ ਵੈਲਿਊਜ਼ ਵੱਡੀਆਂ ਹੋਣਗੀਆਂ, ਬਸ ਆਹੀ ਵੈਲਿਊ ਸਭ ਤੋਂ ਕੀ ਹੋਊਗੀ? ਛੋਟੀ ਹੋਊਗੀ। ਇਹਨੂੰ ਅਸੀਂ ਕੀ ਬੋਲਾਂਗੇ? ਮਿਨੀਮਮ ਵੈਲਿਊ ਆਫ ਅ ਫੰਕਸ਼ਨ ਐਟ ਅ ਪੁਆਇੰਟ ਐਕਸ ਇਜ਼ ਇਕੁਅਲ ਟੂ ਸੀ। ਅਤੇ ਇਹ ਸਾਨੂੰ ਜਿਹੜਾ ਐਕਸ ਇਜ਼ ਇਕੁਅਲ ਟੂ ਸੀ ਆ, ਇਹ ਕੀ ਦੇ ਰਿਹਾ? ਮਿਨੀਮਮ ਵੈਲਿਊ ਦੇ ਰਿਹਾ। ਇਹ ਸੀਗੇ ਬੱਚੇ ਮਿਨੀਮਮ ਐਂਡ ਮੈਕਸੀਮਮ ਵੈਲਿਊ ਆਫ ਐਨੀ ਫੰਕਸ਼ਨ। ਉਹ ਵੈਲਿਊ ਜਿੱਥੇ ਫੰਕਸ਼ਨ ਸਭ ਤੋਂ ਹਾਈਐਸਟ ਵੈਲਿਊ ਦੇਵੇ, ਉਹ ਵੈਲਿਊ ਜਿੱਥੇ ਸਭ ਤੋਂ ਲੋਐਸਟ ਵੈਲਿਊ ਦੇਵੇ। ਹੁਣ ਇੱਕ ਫੰਕਸ਼ਨ ਦੇ ਵਿੱਚ ਬੱਚੇ ਜ਼ਰੂਰੀ ਨਹੀਂ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਹੀ ਕਰਵ ਬਣੇ, ਇੱਕ ਹੀ ਮਿਨੀਮਮ ਇੱਕ ਹੀ ਮੈਕਸੀਮਮ ਵੈਲਿਊ ਹੋਵੇ। ਮੰਨ ਲਓ ਅਸੀਂ ਨੇ ਕੋਈ ਗ੍ਰਾਫ ਫੰਕਸ਼ਨ ਦਾ ਗ੍ਰਾਫ ਕੰਸਟਰਕਟ ਕੀਤਾ ਬੱਚੇ, ਕੁਛ ਇਸ ਤਰ੍ਹਾਂ ਦੇ ਨਾਲ ਬਣਿਆ, ਦੇਖੋ ਇਸ ਤਰ੍ਹਾਂ ਦੇ ਨਾਲ ਮੇਬੀ।
ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਕਹਿੰਦੇ ਇੱਥੇ ਇਸ ਪੁਆਇੰਟ 'ਤੇ ਵੀ ਤਾਂ ਫੰਕਸ਼ਨ ਨੇ ਸਾਨੂੰ ਕੀ ਦਿੱਤੀ ਸੀਗੀ ਸਭ ਤੋਂ ਹਾਈਐਸਟ ਵੈਲਿਊ, ਇਸ ਪੁਆਇੰਟ 'ਤੇ ਵੀ ਤਾਂ ਹਾਈਐਸਟ ਆ ਪਿਆ, ਇਸ ਪੁਆਇੰਟ 'ਤੇ ਵੀ ਹਾਈਐਸਟ ਪਿਆ। ਫਿਰ ਇਹਨਾਂ ਦੇ ਵਿੱਚ ਤਾਂ ਸਾਡੇ ਕੋਲ ਬਹੁਤ ਸਾਰੀਆਂ ਮੈਕਸੀਮਮ ਵੈਲਿਊਜ਼ ਆ ਗਈਆਂ ਅਤੇ ਲੀਸਟ ਵੈਲਿਊ ਦੇਖੀਏ ਵਜੇ ਉਰੇ ਵੀ ਸਾਡੇ ਕੋਲ ਮਿਨੀਮਮ ਵੈਲਿਊ ਆ ਅਤੇ ਉਰੇ ਵੀ ਸਾਡੇ ਕੋਲ ਮਿਨੀਮਮ ਵੈਲਿਊ ਆ, ਤਾਂ ਬਹੁਤ ਸਾਰੀਆਂ ਮਿਨੀਮਮ ਵੈਲਿਊਜ਼ ਵੀ ਹੋ ਸਕਦੀਆਂ ਨੇ। ਜਦੋਂ ਵਜੇ ਇਸ ਤਰ੍ਹਾਂ ਦਾ ਕੰਸੈਪਟ ਆ ਜਾਂਦਾ ਤਾਂ ਉੱਥੇ ਅਸੀਂ ਡਿਫਾਈਨ ਕਰਦੇ ਹਾਂ ਲੋਕਲ ਮਿਨੀਮਾ ਐਂਡ ਲੋਕਲ ਮੈਕਸੀਮਾ। ਲੋਕਲ ਕੀ ਹੁੰਦਾ ਬੱਚੇ, ਲੋਕਲ ਜਿਵੇਂ ਆਪਾਂ ਕਿ ਤੁਸੀਂ ਲੋਕਲ ਮਤਲਬ ਉਹ ਏਰੀਆ ਜਿੱਥੇ ਆਪਾਂ ਪਰਟੀਕੂਲਰ ਬਿਲੋਂਗ ਕਰਦੇ ਉਹਦੇ ਨੇੜੇ ਤੇੜੇ ਦਾ ਕੁਛ ਏਰੀਆ। ਹੁਣ ਕਹਿੰਦਾ ਜੇ ਅਸੀਂ ਇਸ ਪੁਆਇੰਟ ਦੀ ਗੱਲ ਕਰੀਏ ਤਾਂ ਇਹ ਆਪਣੀ ਨੇਬਰਹੁੱਡ ਦੇ ਪੁਆਇੰਟਸ ਨਾਲੋਂ ਕੀ ਆ ਵੈਲਿਊ ਵੱਡੀ ਦੇ ਰਿਹਾ। ਜੇ ਇਸ ਪੁਆਇੰਟ ਦੀ ਗੱਲ ਕਰੀਏ ਤਾਂ ਇਹ ਆਪਣੇ ਥੋੜ੍ਹੇ ਜਿਹੇ ਆਲੇ ਦੁਆਲੇ ਦੇ ਪੁਆਇੰਟਸ ਦੇ ਨਾਲੋਂ ਕੀ ਦੇ ਰਿਹਾ, ਛੋਟੀ ਵੈਲਿਊ ਦੇ ਰਿਹਾ। ਇਸ ਪੁਆਇੰਟ ਦੀ ਗੱਲ ਕਰੀਏ ਇਹਦੇ ਵਿੱਚ ਵੀ ਸਾਡੇ ਕੋਲ ਕੀ ਆ, ਆਪਦੀ ਨੇਬਰਹੁੱਡ ਦੇ ਵਿੱਚੋਂ ਸਾਰਿਆਂ ਨਾਲੋਂ ਗ੍ਰੇਟੈਸਟ ਵੈਲਿਊ ਸਾਨੂੰ ਦੇ ਰਿਹਾ। ਲੋਕਲ ਮਿਨੀਮਾ ਕਦੋਂ ਹੁੰਦਾ ਬੱਚੇ, ਜਦੋਂ ਆਪਾਂ ਛੋਟੀ ਜਿਹੀ ਨੇਬਰਹੁੱਡ ਦੇਖੀਏ ਉਹਦੇ ਵਿੱਚ ਸਾਨੂੰ ਹਾਈਐਸਟ ਵੈਲਿਊ ਦੇਣ ਵਾਲਾ ਫੰਕਸ਼ਨ ਮਿਲੇ, ਉਹਨੂੰ ਅਸੀਂ ਕੀ ਬੋਲਾਂਗੇ, ਲੋਕਲ ਮਿਨੀਮਾ ਔਰ ਮੈਕਸੀਮਾ। ਹੁਣ ਕਹੋਗੇ ਜੀ ਫਿਰ ਲੋਕਲ ਮਿਨੀਮਾ ਇਹ ਹੋ ਗਿਆ, ਫਿਰ ਮੈਕਸੀਮਾ ਕੀ ਸੀ। ਦੇਖੋ ਬੱਚੇ ਜਦੋਂ ਅਸੀਂ ਇਹਨਾਂ ਨੂੰ ਲੋਕਲ ਮਿਨੀਮਮ ਨੂੰ ਕੱਢ ਲਿਆ, ਮੰਨ ਲਓ ਇਹਦੀ ਵੈਲਿਊ 2 ਆ ਗਈ, ਇਹਦੀ ਵੈਲਿਊ 3 ਆ ਗਈ, ਇਹਦੀ ਵੈਲਿਊ 4 ਆ ਗਈ। ਹੁਣ ਇਹਨਾਂ ਦੇ ਵਿੱਚੋਂ ਹਾਈਐਸਟ ਕਿਹੜੀ ਆ, ਸਭ ਤੋਂ ਹਾਈਐਸਟ 4, ਤਾਂ ਇਹਨੂੰ ਅਸੀਂ ਕੀ ਬੋਲਾਂਗੇ, ਮੈਕਸੀਮਮ ਵੈਲਿਊ ਆਫ ਦਾ ਫੰਕਸ਼ਨ। ਬਟ ਜਿਹੜਾ 2 ਆ 3 ਆ 4 ਆ ਇਹ ਕਿਹਨੇ ਵਿੱਚ ਲੋਕਲ ਮੈਕਸੀਮਮ ਵੈਲਿਊਜ਼ ਆਫ ਐਨੀ ਫੰਕਸ਼ਨ। ਮਤਲਬ ਜੇਕਰ ਇੱਕ ਤੋਂ ਜ਼ਿਆਦਾ ਮੈਕਸੀਮਮ ਵੈਲਿਊਜ਼ ਹੈਗੀਆਂ ਨੇ ਤਾਂ ਉਹਨਾਂ ਨੂੰ ਲੋਕਲ ਮੈਕਸੀਮਮ ਬੋਲਦੇ ਆ, ਅਤੇ ਉਹਨਾਂ ਸਾਰੀਆਂ ਦੇ ਵਿੱਚੋਂ ਵੀ ਜਿਹੜੀ ਮੈਕਸੀਮਮ ਆ ਉਹਨੂੰ ਅਸੀਂ ਐਬਸੋਲਿਊਟ ਮੈਕਸੀਮਮ ਜਾਂ ਫਿਰ ਮੈਕਸੀਮਮ ਵੈਲਿਊ ਆਫ ਐਨੀ ਫੰਕਸ਼ਨ ਬੋਲ ਸਕਦੇ ਹਾਂ। ਇਸੇ ਤਰ੍ਹਾਂ ਵਜੇ ਮਿਨੀਮਮ ਦੇ ਕੇਸ ਵਿੱਚ ਆ, ਕਹਿੰਦੇ ਮਿਨੀਮਮ ਵੈਲਿਊਜ਼ ਬਹੁਤ ਸਾਰੀਆਂ ਹੋ ਸਕਦੀਆਂ ਨੇ, ਤਾਂ ਉਹਨਾਂ ਨੂੰ ਅਸੀਂ ਕੀ ਬੋਲਾਂਗੇ, ਲੋਕਲ ਮਿਨੀਮਾ। ਬਟ ਉਹਨਾਂ ਸਾਰੀਆਂ ਮਿਨੀਮਮ ਦੇ ਵਿੱਚੋਂ ਸਭ ਤੋਂ ਛੋਟੀ ਜਿਹੜੀ ਵੈਲਿਊ ਹੋਊਗੀ ਉਹਨੂੰ ਅਸੀਂ ਕੀ ਬੋਲਾਂਗੇ, ਐਬਸੋਲਿਊਟ ਮਿਨੀਮਾ ਔਰ ਮਿਨੀਮਮ ਵੈਲਿਊ ਆਫ ਐਨੀ ਫੰਕਸ਼ਨ ਬੋਲਾਂਗੇ। ਜਿਵੇਂ ਵਿੱਚ ਇਹਦਾ ਗ੍ਰਾਫ ਕੁਛ ਇਸ ਤਰ੍ਹਾਂ ਦੇ ਨਾਲ ਕਹਿੰਦੇ P Q R B ਇਹ ਸਾਰੀਆਂ ਸਾਡੇ ਕੋਲ ਕੀ ਨੇ, ਲੋਕਲ ਮਿਨੀਮਮ ਮੈਕਸੀਮਮ ਵੈਲਿਊਜ਼ ਨੇ। A L M N ਇਹ ਸਾਡੀਆਂ ਸਾਡੇ ਕੋਲ ਲੋਕਲ ਮਿਨੀਮਮ ਵੈਲਿਊਜ਼ ਨੇ। ਇਹਨਾਂ ਦੇ ਵਿੱਚੋਂ ਜੇ ਹਾਈਐਸਟ ਦੇਖੀਏ ਬੱਚੇ, ਮੰਨ ਲਓ ਸਾਡੇ ਕੋਲ R ਹਾਈਐਸਟ ਆ, ਮੰਨ ਲਓ ਕਿ R ਹਾਈਐਸਟ ਆ, ਤਾਂ ਇਹਨੂੰ ਅਸੀਂ ਕੀ ਬੋਲਾਂਗੇ, ਐਬਸੋਲਿਊਟ ਮੈਕਸੀਮਮ ਵੈਲਿਊ। ਸਭ ਤੋਂ ਛੋਟੀ M ਲੱਗ ਰਹੀ ਹੈ, ਇਸ ਦਾ ਮਤਲਬ ਬੱਚੇ M ਕੀ ਹੋਏਗਾ, ਸਾਡੇ ਕੋਲ ਮਿਨੀਮਮ ਵੈਲਿਊ ਆਫ ਐਨੀ ਫੰਕਸ਼ਨ ਹੋਏਗਾ। ਹੁਣ ਇਹ ਤਾਂ ਸੀਗਾ ਸਾਡੇ ਕੋਲ ਥਿਓਰੀਕਲ ਪਾਰਟ ਵਜੇ ਕਿ ਮੈਕਸੀਮਮ ਵੈਲਿਊ ਕੀ ਹੁੰਦੀ ਆ, ਮਿਨੀਮਮ ਕੀ ਹੁੰਦੀ ਆ। ਬਟ ਹੁਣ ਕੁਐਸਚਨ ਆਉਂਦਾ ਕਿ ਇਹਦਾ ਅਸੀਂ ਜਿਵੇਂ ਆ ਗ੍ਰਾਫ ਬਣਾਇਆ, ਕੀ ਅਸੀਂ ਇਹਦੀ ਹਰ ਇੱਕ ਫੰਕਸ਼ਨ ਦਾ ਗ੍ਰਾਫ ਬਣਾ ਕੇ ਅਸੀਂ ਫਾਈਂਡ ਕਰ ਸਕਦੇ ਹਾਂ। ਬਟ ਉਹ ਤਾਂ ਕੰਪਲੀਕੇਟਡ ਹੋਏਗਾ। ਜੇ ਕਿਊਬ ਆ ਗਿਆ, 5 ਪਾਵਰ ਆ ਗਈ, 6 ਪਾਵਰ ਆ ਗਈ, ਕੁਆਡਰੈਟਿਕ ਕਿਊਬਿਕ ਇਕੁਏਸ਼ਨ ਆ ਗਈ, ਫਿਰ ਅਸੀਂ ਗ੍ਰਾਫ ਕਿਵੇਂ ਕੰਸਟਰਕਟ ਕਰਾਂਗੇ। ਜਾਂ ਫਿਰ ਸਾਡੇ ਕੋਲ ਬੱਚੇ ਕੋਈ ਹੋਰ ਮੈਥਡ ਵੀ ਹੈਗਾ ਮਿਨੀਮਾ ਜਾਂ ਮੈਕਸੀਮਾ ਫਾਈਂਡ ਕਰਨ ਦਾ। ਹਾਂਜੀ, ਕਹਿੰਦੇ ਸਾਡੇ ਕੋਲ 2 ਮੈਥਡ ਨੇ ਜਿਹਦੇ ਨਾਲ ਅਸੀਂ ਮਿਨੀਮਾ ਜਾਂ ਮੈਕਸੀਮਾ ਫਾਈਂਡ ਕਰ ਸਕਦੇ ਹਾਂ। ਬੱਚੇ ਮਿਨੀਮਮ ਐਂਡ ਮੈਕਸੀਮਮ ਵੈਲਿਊ ਫਾਈਂਡ ਕਰਨ ਦੇ ਲਈ ਅਸੀਂ 2 ਮੈਥਡ ਯੂਜ਼ ਕਰ ਸਕਦੇ ਹਾਂ। ਇੱਕ ਤਾਂ ਹੈਗਾ ਸਾਡੇ ਕੋਲ ਫਸਟ ਡੈਰੀਵੇਟਿਵ ਟੈਸਟ, ਇੱਕ ਹੈਗਾ ਸਾਡੇ ਕੋਲ ਸੈਕਿੰਡ ਡੈਰੀਵੇਟਿਵ ਟੈਸਟ। ਫਸਟ ਡੈਰੀਵੇਟਿਵ ਅਤੇ ਸੈਕਿੰਡ ਡੈਰੀਵੇਟਿਵ। ਫਸਟ ਡੈਰੀਵੇਟਿਵ ਕੀ ਹੈ ਬੱਚੇ, ਜਿਵੇਂ ਇਹਦੇ ਵਿੱਚ ਨੇਮ ਇਹਦਾ ਕਿ ਇਹਦੇ ਵਿੱਚ ਸਿਰਫ ਇਹ ਫਸਟ ਆਰਡਰ ਡੈਰੀਵੇਟਿਵ ਫਾਈਂਡ ਕੀਤਾ ਜਾਏਗਾ, ਫਸਟ ਆਰਡਰ ਦਾ ਡੈਰੀਵੇਟਿਵ। ਬਟ ਸੈਕਿੰਡ ਆਰਡਰ ਡੈਰੀਵੇਟਿਵ ਦੇ ਵਿੱਚ ਕੀ ਆ, ਅਸੀਂ ਸੈਕਿੰਡ ਜਾਂ ਹਾਇਰ ਆਰਡਰ ਡੈਰੀਵੇਟਿਵ ਵੀ ਫਾਈਂਡ ਕਰ ਸਕਦੇ ਹਾਂ ਆਪਣੀ ਮਿਨੀਮਮ ਜਾਂ ਮੈਕਸੀਮਮ ਵੈਲਿਊ ਫਾਈਂਡ ਕਰਨ ਦੇ ਲਈ। ਸਭ ਤੋਂ ਪਹਿਲਾਂ ਬੱਚੇ ਫਸਟ ਮੈਥਡ ਦੇਖਦੇ ਹਾਂ, ਕਿਹੜਾ, ਫਸਟ ਡੈਰੀਵੇਟਿਵ ਮੈਥਡ। ਕਹਿੰਦੇ ਦੇਖੋ ਇਹਦਾ ਵਰਕਿੰਗ ਰੂਲ ਕੀ ਆ ਜਦੋਂ ਅਸੀਂ ਫਸਟ ਮੈਥਡ ਅਪਲਾਈ ਕਰਨਾ। ਸਭ ਤੋਂ ਪਹਿਲਾਂ ਜਿਹੜੀ ਵੀ ਫੰਕਸ਼ਨ ਸਾਨੂੰ ਦਿੱਤੀ ਹੋਈ ਹੈ, ਜੇ ਬੱਚੇ ਸਾਨੂੰ ਫੰਕਸ਼ਨ ਇਹ ਦਿੱਤਾ ਹੋਇਆ f(x = x³ - 2, ਕਹਿੰਦੇ ਸਭ ਤੋਂ ਪਹਿਲਾਂ ਸਟੈਪ ਕਰੋ ਕਿ ਫੰਕਸ਼ਨ ਨੂੰ ਬਾਈ ਦੀ ਫਾਰਮ ਦੇ ਵਿੱਚ ਪੁੱਟ ਕਰ ਲਓ। ਇਸ ਦਾ ਮਤਲਬ ਮੰਨ ਲਓ ਕਿ y ਕਿਹਦੇ ਇਕੁਅਲ ਦਿੱਤਾ ਹੋਇਆ, x³ - 2 ਦੇ ਇਕੁਅਲ ਦਿੱਤਾ ਹੋਇਆ, ਸਟੈਪ ਨੰਬਰ ਫਸਟ। ਫਿਰ ਸਟੈਪ ਨੰਬਰ ਸੈਕਿੰਡ ਕਹਿੰਦੇ ਇਹਦਾ ਡੈਰੀਵੇਟਿਵ ਫਾਈਂਡ ਕਰੋ, ਮਤਲਬ ਫਸਟ ਆਰਡਰ ਡੈਰੀਵੇਟਿਵ ਇਹਦਾ ਵਿਦ ਰਿਸਪੈਕਟ ਟੂ x। ਜੋ ਵੀ ਸਾਡੇ ਕੋਲ ਫੰਕਸ਼ਨ ਬਣਿਆ ਉਹਦਾ ਵਿਦ ਰਿਸਪੈਕਟ ਟੂ x ਕੀ ਕਰ ਦਿਓ, ਡੈਰੀਵੇਟਿਵ। ਤੀਸਰਾ ਸਟੈਪ ਕੀ ਕਹਿ ਰਿਹਾ, ਕਹਿੰਦਾ ਜਦੋਂ ਡੈਰੀਵੇਟਿਵ ਆ ਗਿਆ ਉਹਨੂੰ ਇਕੁਅਲ ਟੂ ਕਿਤੇ ਰੱਖ ਦਿਓ, 0 ਦੇ, ਅਤੇ ਉਹਦੇ ਵਿੱਚੋਂ x ਦੀ ਵੈਲਿਊ ਕੱਢੋ ਕਿ ਆ ਰਹੀ ਆ, ਉਹ ਹੋਣਗੇ ਸਾਡੇ ਕੋਲ x ਦੇ ਰੂਟ। ਫਿਰ ਚੌਥਾ ਸਟੈਪ ਕੀ ਕਹਿੰਦਾ, ਜਿਹੜੀਆਂ x ਦੀਆਂ ਵੈਲਿਊਜ਼ ਆਈਆਂ ਨੇ, ਜੋ ਵੀ x ਦੀਆਂ ਵੈਲਿਊਜ਼ ਨਿਕਲਣਗੀਆਂ ਉਹਨਾਂ ਦੇ ਉੱਤੇ ਡੈਰੀਵੇਟਿਵ ਦਾ ਸਾਈਨ ਚੈੱਕ ਕਰਨਾ ਬੱਚੇ। ਹੁਣ ਕੰਡੀਸ਼ਨ ਸਾਡੀਆਂ ਸਟਾਰਟ ਹੋ ਜਾਣਗੀਆਂ ਜੋ ਅਸੀਂ ਨੇ ਯਾਦ ਰੱਖਣੀਆਂ ਨੇ। ਕਹਿੰਦਾ ਜੇਕਰ ਫਸਟ ਆਰਡਰ ਡੈਰੀਵੇਟਿਵ ਦੀ ਵੈਲਿਊ ਕਿਸੇ ਇੱਕ ਪੁਆਇੰਟ 'ਤੇ ਚੇਂਜ ਹੋ ਰਹੀ ਆ, ਜਦੋਂ x ਦੀਆਂ ਵੈਲਿਊਜ਼ ਬੱਚੇ ਅਸੀਂ ਉਸ ਪਰਟੀਕੂਲਰ ਪੁਆਇੰਟ ਤੋਂ ਛੋਟੀਆਂ ਭਰ ਰਹੇ ਹਾਂ ਅਤੇ ਇੱਕ ਵਾਰੀ ਉਸ ਪਰਟੀਕੂਲਰ ਪੁਆਇੰਟ ਤੋਂ ਵੱਡੀਆਂ ਭਰ ਰਹੇ ਹਾਂ, ਜੇ ਡੈਰੀਵੇਟਿਵ ਦਾ ਸਿੰਬਲ ਪੋਜ਼ੀਟਿਵ ਟੂ ਨੈਗੇਟਿਵ 'ਚ ਚੇਂਜ ਹੋ ਰਿਹਾ, ਮਤਲਬ ਪਹਿਲਾ ਆਨਸਰ ਪੋਜ਼ੀਟਿਵ ਸੀ, ਕਦੋਂ, ਜਦੋਂ x ਦੀ ਵੈਲਿਊ ਅਸੀਂ ਨੇ ਉਸ c ਤੋਂ ਕੀ ਭਰੀ, ਛੋਟੀ ਭਰੀ।
एक्स की वैल्यू जो उस सी तो वड्डी भरी तो आंसर की आ गया नैगेटिव। जो साडा आंसर पॉजिटिव तो नैगेटिव वाल नूं जाएगा उदों असी की बोलांगे इस पॉइंट ते साडे कोल सी पॉइंट ते की होगी फंक्शन की मैक्सीमम वैल्यू होगी। कदों जो पॉजिटिव टू नैगेटिव वाल नूं साडा डेरीवेटिव मूव करेगा। इस तो उल्टे बच्चे जेकर नैगेटिव टू पॉजिटिव वाल मूव करे, नैगेटिव टू पॉजिटिव वाल मूव करे, उन्होंने असी की बोलांगे साडे कोल मिनीमम वैल्यू देगा उस पॉइंट पर। मान लो जे असी एक्स माइनस लैस दैन एक्स की वैल्यू सी तो लैस दैन भरीए तो इत्थे नैगेटिव का सिंबल आवे, जो एक्स की वैल्यू ग्रेटर दैन सी भरीए तो उरे पॉजिटिव का सिंबल आवे। इनू असी की बोलांगे फंक्शन की मिनीमम वैल्यू। उस टाइम साडे कोल फंक्शन की देगा मिनीमम वैल्यू देगा। कई बार हुंदा बच्चे कि साडा डेरीवेटिव का सिंबल चेंज ही नहीं हो रहा हुंदा, मतलब जे नैगेटिव नैगेटिव आ जाए दोनों ते जद दोहां की वैल्यू दोहां पॉइंट्स से छोटियां तो बड़ियां वैल्यूज लई पॉजिटिव पॉजिटिव आ जाए, उस टाइम इनू बोलिया जाएगा पॉइंट ऑफ इनफ्लैक्शन। मतलब ना तो वो सानू कोई मिनीमम वैल्यू दे रहा, ना ही वो सानू कोई मैक्सीमम वैल्यू दे रहा। हुण ये सीगा बच्चों फर्स्ट रूल। देखो ये कुछ स्टैप तुहानू क्लीयर होए होणगे कि की करना की नहीं। बाकी आप एग्जाम्पल के थ्रू समझांगे, सारी प्रोसीजर में दोबारा समझांगे, फिर सानू कोई डाउट नहीं रहेगा। हुण इनू जिहड़ी बच्चे साडी स्टेटमेंट बनती है उहदे विच सिंपली एक्सट्रीम वैल्यूज़ लिख देंदे ने। फाइंड दी एक्सट्रीम वैल्यूज़ ऑफ दिस। एक्सट्रीम वैल्यूज़ का मतलब की हुंदा मिनीमम जां मैक्सीमम। जेकर फंक्शन की वैल्यू कोई एग्जिस्ट कर रही है तो उस वैल्यू नू फाइंड करो। हुण एग्जाम्पल के थ्रू बच्चे इस मैथड नू समझते हैं। एग्जाम्पल की है साडे कोल, कहते फाइंड दी मैक्सीमम एंड मिनीमम वैल्यू ऑफ दी एक्स माइनस 1 दी स्केयर एक्स प्लस 3 दी क्यूब। इनू ये भी कहा जा सकता बच्चों एक्सट्रीम वैल्यूज़ फाइंड करो फंक्शन दी जेकर एग्जिस्ट करती हैं। एक्सट्रीम वैल्यूज़ मतलब मिनीमम या मैक्सीमम वैल्यू फाइंड करो। देखो स्टैप बाय स्टैप चलते हैं। स्टैप फस्ट की सीगा, कहना जो भी फंक्शन दिता होया उन्होंने किदे इक्वल मान लो वाई तो। सो वाई इज इक्वल टू एक्स माइनस 1 दी स्केयर एक्स प्लस 1 दी क्यूब। ठीक है जी, फर्स्ट स्टैप हो गया। सैकेंड स्टैप की सीगा, कहते इस वाई का डेरीवेटिव कर दो विद रिस्पैक्ट टू एक्स। हुण अगेन देखोगे बच्चे असी ये डेरीवेटिव की कर सकते हैं बाय प्रोडक्ट रूल, क्योंकि ये साडे कोल दो फंक्शन ने, फस्ट फंक्शन सैकेंड फंक्शन यू एंड बी, फिर प्रोडक्ट रूल लग जाएगा। प्रोडक्ट रूल की सी बच्चे फस्ट फंक्शन एज इट इज़, सैकेंड द डेरीवेटिव प्लस सैकेंड एज इट इज़ एंड फस्ट द डेरीवेटिव। एवं लिख सकते हैं बच्चे u एज इट इज़ डेरीवेटिव ऑफ b प्लस b एज इट इज़ डेरीवेटिव ऑफ u। ये सीगा साडे कोल प्रोडक्ट रूल। अप्लाई करते हैं। कहते फस्ट फंक्शन एज इट इज़ एक्स माइनस 1 दी स्केयर एज इट इज़, सैकेंड द डेरीवेटिव एक्स प्लस 3 दी पावर 3 का डेरीवेटिव। बच्चे पहला पावर रूल लगेगा। पावर रूल की कहना जी भी पावर है अगे लिखोगे, यदी पावर की कर दोगे एक डिक्रीज़ कर दोगे, एक्स प्लस 3 की पावर 2 हो गया। उस तो बाद फिर बच्चे प्लस का सिंबल पावांगे, प्लस का सिंबल आए फॉर्मूला इन्होंने साइड पर लिख लो। कहते जो प्लस का सिंबल पावांगे उस तो बाद सैकेंड फंक्शन एज इट इज़, फस्ट का की करोगे डेरीवेटिव एक्स माइनस वाई दी स्केयर है, यदा डेरीवेटिव किया जाएगा बच्चे 2x माइनस वाई। देखो अगेन जेकर इतने बच्चे साडे कोल अंदर किसी एक्स प्लस 3 की पावर 3 सी तो असी पहला पावर रूल लगाया 3x प्लस 3 की पावर 2 बन गया। मान लो जे इतने फंक्शन एक्स स्केयर होंदा बच्चे, बाय चांस एक्स स्केयर होंदा तो असी ये नाल डॉट पा के की लिखते इस अंदरले फंक्शन का भी डेरीवेटिव एक्स दी स्केयर का डेरीवेटिव 2x हो जाता, प्लस 3 का डेरीवेटिव साडे कोल की हो जाता 0। मतलब फिर एक प्रोसीजर होर बच जाता कि जेकर साडे कोल पहला पावर आ, पावर के अंदर जो फंक्शन पे उसका भी डेरीवेटिव करना सी। हुण इत्थे असीं तां नहीं कीता बच्चे क्योंकि एक्स का डेरीवेटिव तो 1 नहीं हुंदा, तां करके असीं ओह 1 लिख लिया। सो आ करन दी सानूं नीड नहीं पई। पर जदों बच्चे इत्थे साडे कोल पावर्स ने जिहड़ियां ओह बदल जांदियां ने, एक्स की पावर 2 3 4 हो जांदी है, तां प्रोडक्ट पा के अंदरले दा भी डेरीवेटिव करके दे नाल लिखना हुंदा बाय चेन रूल। सो बच्चे ये तो हो गया साडा फस्ट ऑर्डर डेरीवेटिव। इनू थोड़ा जिहा ओपन करते हैं। देखो साडे कोल की बनिया सीगा एक्स माइनस 1 दी स्केयर इंटू 3x प्लस 3 की पावर 2 एंड सैकेंड की बनी सी टर्म बच्चे एक्स प्लस 3 की पावर 3 एंड एक्स माइनस 1 2x माइनस 1। देखो कुछ कॉमन निकल रहा। हाँ जी, एक्स माइनस 3 की स्केयर है, इतने एक्स माइनस 3 की क्यूब आ, इतने एक्स माइनस 1 की स्केयर है, इतने एक्स माइनस 1 की पावर 1 है, तो की कॉमन निकल जाएगा एक्स प्लस 3 की पावर 2 एंड एक्स माइनस 1 बाहर कॉमन, अंदर की बचे बचे 8 सारी टर्म के विचों की बचे एक तो 3 अंदर बचे, एक बचे असी ने की किया एक्स माइनस 1 अंदर बचे क्योंकि एक पावर में असी बाहर ले जा चुके हैं, ये दोनों पावर्स में बाहर ले जा चुके हैं, तो अंदर की बचेगा 3 इंटू
एक्स माइनस वन। फिर प्लस का सिंबल बचे। हुण आ टर्म चो देखो बाहर की चलिया गया, एक्स माइनस वन बाहर लै गए, एक्स प्लस 3 की पावर 2 बाहर लैके गए तो एक अंदर बचेगी 2x प्लस 3, ये बच गया। हुण इनू सॉल्व कर लो बचे। अगे की लिखांगे साडे कोल एक्स प्लस 3 दी स्केयर एक्स माइनस वन इंटू, देखो अंदर प्रोडक्ट की 3x माइनस 3 प्लस 2x प्लस 6, यही बनेगा 3x प्लस 2x कितना हो गया बच्चे 5x, एक्स वाली टर्म्स में ऐड किया, कॉन्सटेंट टर्म्स में ऐड किया, यह बन गया साडे कोल 5x माइनस प्लस कितना हो गया साडे कोल 3 बचे माइनस 3 प्लस 3 6 साडे कोल 3। ये हो गया साडा फर्स्ट ऑर्डर डेरीवेटिव। बच्चों अजे तक असीं फर्स्ट ऑर्डर डेरीवेटिव किया। स्टैप नंबर सैकेंड। स्टैप नंबर थर्ड की सी, कहते जिहड़ा फर्स्ट ऑर्डर डेरीवेटिव आया इनू इक्वल टू किते रख लो 0 दे। बच्चे इस टर्म नूं असीं किहदे इक्वल रखना, हुण 0 दे इक्वल रखना। मान लो असीं इनू इक्वल टू 0 रखिया तो साडे कोल आ जाएगा बच्चे 8। हाँ जी, की टर्म सीगी एक तो हैगी सी बच्चे एक्स प्लस 3 दी स्केयर एक्स प्लस वेट, हाँ जी एक्स प्लस 3 दी स्केयर एक्स माइनस 1 इंटू 5x प्लस 3, 5x प्लस 3, यही सी बच्चे साडे कोल फर्स्ट डेरीवेटिव जिहड़ा आया। हुण इनू की रखना इक्वल टू 0 रख लिया। इक्वल टू 0 रखने तो बाद की सीगा साडे कोल बच्चे एक्स दी वैल्यूज़ कटनियां। देखो पहला फैक्टर इक्वल टू जो 0 रखोगे, देखो 3 की प्रोडक्ट 0 है, इसका मतलब कोई एक तो 0 हो तां ही प्रोडक्ट 0 आई। सो या तो साडे कोल पहला फैक्टर इक्वल टू 0 हो, जो पहले फैक्टर में इक्वल टू 0 रखा बच्चे 0 उधर जाके अंडर रूट बन जाएगी, 0 का अंडर रूट 0, तो ये आ गया एक्स प्लस 3 इज इक्वल टू 0, एक्स की वैल्यू कितनी आ गई -3, एक वैल्यू। हुण दूसरे फैक्टर में इक्वल टू 0 रख लो, एक्स माइनस 1 इज इक्वल टू 0, एक्स की वैल्यू कितनी आ गई 1, दूसरी वैल्यू। अगली वैल्यू एक्स 5x प्लस 3 इक्वल टू 0 रखे, एक्स की वैल्यू कितनी आ गई -3/5। बच्चे पहला -3 उधर जाएगा -3, एक्स 5 प्रोडक्ट होया हुआ एक्स नालों डिवाइड हो जाएगा तो एक वैल्यू आ जाएगी -3/5। इसका मतलब साडे कोल बच्चे एक्स दी कितनियां वैल्यूज़ आ गई 3। हुण ये देखना कि किहड़ी एक्स की वैल्यू सानू फंक्शन की मिनीमम वैल्यू दिंदी आ, किहड़ी एक्स की वैल्यू सानू मैक्सीमम वैल्यू दिंदी आ, किस पॉइंट ते साडे कोल पॉइंट ऑफ इनफ्लैक्शन हैगा, जे हैगा तो किहड़े पॉइंट के उत्ते हैगा। सब तो पहला तो बच्चे असीं फर्स्ट पहले 1 के उत्ते चैक करते हैं कि साडू 1 आ जिहड़ा वो की वैल्यू दे रहा, फंक्शन की मिनीमम वैल्यू दे रहा जां मैक्सीमम वैल्यू दे रहा। बच्चे हुण तक असीं स्टैप 3 तक परफॉर्म कर चुके हैं। हुण नैक्सट करांगे स्टैप नंबर 4। स्टैप नंबर 4 की सीगा बच्चे, कहता जिहड़ा पर्टिकुलर पॉइंट आया जिस ते तुसीं मिनीमम या मैक्सीमम चैक करना चाहुंदे हो, असीं उहनूं लै लेना। ठीक है जी, एट एक्स इज इक्वल टू 1 चैक करांगे। कहता जे इहदा फर्स्ट ऑर्डर डेरीवेटिव, इहदे फर्स्ट ऑर्डर डेरीवेटिव की वैल्यू साइन चेंज कर रही आ माइनस तो प्लस तो मिनीमम वैल्यू देगा। जेकर इहदा फर्स्ट ऑर्डर पॉजिटिव टू नैगेटिव जा रहा तो मैक्सीमम वैल्यू देगा। जे चेंज ही नहीं हो रहा तो साडे कोल पॉइंट ऑफ इनफ्लैक्शन। सो डेरीवेटिव की सी बचे, कहता डेरीवेटिव सीगा साडे कोल एक्स प्लस 3 दी स्केयर एक्स माइनस 1 इंटू 5x प्लस 3, ये सीगा डेरीवेटिव। हुण इहदी वैल्यू देखनी है बच्चे नैगेटिव कि पॉजिटिव, कदों जो पहला असीं मान के चले एक्स नूं जो भी पॉइंट भरांगे 1 तो छोटा भरांगे। एक्स की वैल्यू बच्चे 1 तो छोटी है, छोटी का मतलब 0 होगी, 0.5 होगी, -1 होगी, -2, यह जी वैल्यू हो सकती है। हुण उरे भरो, देखो 1 तो छोटी, इसका मतलब 3 तो छोटी, बड़ी दे मूहरे पॉजिटिव का सिंबल आ, जां तां आंसर पॉजिटिव आऊगा बच्चे, जां जे एक्स की वैल्यू नैगेटिव है तां भी आंसर पॉजिटिव, जे एक्स 0 है तां भी आंसर पॉजिटिव। अगों उपर की स्केयर हो रही है, इसका मतलब जो भी यदि वैल्यू सॉल्व करोगे आंसर हमेशा की रहूगा पॉजिटिव। देखो ये असीं वैल्यूज़ नहीं लभणियां, असीं सिर्फ सिंबल देखने कि नैगेटिव टू पॉजिटिव जाना कि पॉजिटिव टू नैगेटिव। सो सिर्फ सिंबल से वर्क करना। बच्चे एक्स की कोई भी वैल्यू भरोगे उहदे विच प्लस का सिंबल आ, उपर की बाहर की स्केयर आ, जे नैगेटिव भी होया तो की आंसर आऊगा साडे कोल पॉजिटिव आऊगा। अगे कहता एक्स माइनस 1, हुण देखो एक्स की वैल्यू 1 तो छोटी भरोगे, इसका मतलब बड़ी दे मूहरे बच्चे माइनस लग्या होया, एक्स 1 बड़ा हुण जेकर बड़ी दे मूहरे माइनस आ तो इनू सॉल्व करने तो बाद आंसर क्या आऊगा नैगेटिव। हुण इत्थे अगेन बच्चे पॉजिटिव वैल्यू आ, जो इनू सॉल्व करोगे आंसर क्या आऊगा साडे कोल पॉजिटिव आएगा। आंसर क्या आएगा साडे कोल
पॉजिटिव आएगा। सो बच्चे साडे कोल की हो गया, कहना जो एक्स की वैल्यू साडे कोल 1 तो छोटी आ, पॉजिटिव नैगेटिव पॉजिटिव यही पेयर बनूगा। सारिਆਂ ਨੂੰ सॉल्व करो, नैगेटिव की पॉजिटिव नाल प्रोडक्ट की आंसर नैगेटिव, नैगेटिव की अगेन पॉजिटिव नाल प्रोडक्ट की आंसर की रहेगा नैगेटिव। इसका मतलब जो एक्स की वैल्यू 1 तो लैस भरांगे डेरीवेटिव का आंसर की च आएगा नैगेटिव फॉर्म च आएगा। हुण बच्चे यही वैल्यू जेकर असीं 1 तो वड्डी भरदे अगेन आ भी पॉजिटिव आ भी पॉजिटिव पॉजिटिव, क्योंकि बच्चे इत्थे तो स्केयर पई आ, कोई भी वैल्यू भरोगे आंसर की आएगा पॉजिटिव आएगा। इत्थे साडे कोल x-1 पिया, x-1 बड़ी दे मूहरे हुण पॉजिटिव आ गया तो इसदा आंसर भी पॉजिटिव। 5x+3 अगेन पॉजिटिव वैल्यू बच्चे साडे कोल पॉजिटिव वैल्यू सबस्टिट्यूट की तो इसदा आंसर भी पॉजिटिव पॉजिटिव पॉजिटिव। हुण इसदा मतलब जो एक्स की वैल्यू 1 तो वड्डी होएगी डेरीवेटिव साडे कोल की होएगा आंसर की आएगा पॉजिटिव। हुण अगेन देखो जो 1 तो छोटी वैल्यू सी ताकि आंसर आया नैगेटिव, जो 1 तो वड्डी वैल्यू उदों आंसर की आया पॉजिटिव। इसका मतलब नैगेटिव तो पॉजिटिव वाल जा रहे हैं, जो नैगेटिव तो पॉजिटिव वाल जावांगे तो x=1 के लिए फंक्शन की होएगा मिनीमम। यही कंडीशन कहती सी, जो नैगेटिव तो पॉजिटिव नूं मूव किया फंक्शन की देगा सानू मिनीमम वैल्यू देगा। सो असीं लिखांगे एट x=1 फंक्शन हैज़ मिनीमम वैल्यू, फंक्शन की एक मिनीमम वैल्यू होगी। जे वो मिनीमम वैल्यू पूछी हुई आ तो असी जिहड़ी साडी स्टेटमेंट आ मेन स्टेटमेंट आ जिहदे असी सॉल्व करन लगे सी उत्थे जाके एक्स नूं की पुट कर दांगे 1 पुट कर दांगे तो सानू की मिल जाएगा मिनीमम वैल्यू मिल जाएगी। हुण अगेन बच्चों यही असी सैकेंड पॉइंट ते थर्ड पॉइंट लिए चैक करांगे। हुण असी 3 दे लिए चैक कर देंगे फंक्शन मिनीमम देगा जां मैक्सिमम, सेम प्रोसीजर। देखो बच्चों एक्स नूं की पुट करना हुण 3 अगेन कित्थे डेरीवेटिव च देखांगे। डेरीवेटिव की सी बच्चे साडे कोल 3x+3 दी स्केयर x-1 इंटू 5x+3 यही सीगा साडा डेरीवेटिव। हुण अगेन ये साइन देखो जेकर एक्स की वैल्यू -3 तो छोटी भरी उदों आंसर की आऊगा, जो एक्स की वैल्यू -3 तो वड्डी भरी उदों आंसर साडे कोल की आउणगे। हुण असीं इहदे साइंस ते वर्क करना। देखो जे इत्थे भरिया बच्चे जे इत्थे असीं भरिया इहदी तो स्केयर आ, स्केयर तो हमेशा ही जे नैगेटिव क्वांटिटी आउंदी आ उहनूं भी की कर दूगी पॉजिटिव। इसका मतलब इहदा आंसर क्या होगा बच्चे पॉजिटिव। गुड। हुण अगे x-3 बच्चे नैगेटिव नैगेटिव देखो जे नूं -3 तो छोटा भरोगे -3 तो छोटियां टर्म -4 -5 -6 -7 कोई भी भरोगे तो माइनस माइनस होणगे प्लस बट सिंबल काहदा रहूगा माइनस का। इसका मतलब इहदा आंसर क्या आउंदा नैगेटिव। उस तो बाद 5x+3 आ अगेन बच्चे हुण मान लो 3 तो छोटा इत्थे भरोगे 5 इंटू -4+3 भरिया तो आंसर क्या होगा बच्चे -20+3 बड़ी दे मूहरे नैगेटिव का सिंबल आ तो इनू सॉल्व करने तो बाद आंसर क्या आऊगा नैगेटिव। हुण देखो ओवरऑल पॉजिटिव की नैगेटिव नाल प्रोडक्ट नैगेटिव, नैगेटिव की नैगेटिव नाल प्रोडक्ट आंसर क्या आऊगा पॉजिटिव। सो इसका आंसर क्या आ रहा पॉजिटिव। हुण जो 3 तो वड्डियां वैल्यूज़ भरांगे बच्चे अगेन इहदी तो स्केयर आ, स्केयर करांगे तो हरेक का आंसर पॉजिटिव। -3 तो वड्डियां टर्म्स किहड़ियां ने बच्चे -2 -1 0 1 2 अगेन ਇਹਦਾ आंसर की रहूगा साडे कोल नैगेटिव रहूगा। ਇਹਦਾ भी आंसर बच्चे अगेन की रहूगा नैगेटिव रहूगा। अगेन सारिਆਂ ਦੀ प्रोडक्ट किती आंसर की आऊगा पॉजिटिव। हुण जदों साडा डेरीवेटिव का सिंबल पॉजिटिव टू पॉजिटिव ही रहे जां नैगेटिव टू नैगेटिव ही रहे चेंज ही ना करे साइन तो वो पॉइंट साडे कोल की हुंदा पॉइंट ऑफ इनफ्लैक्शन। सो 3x=-3 की आ पॉइंट ऑफ इनफ्लैक्शन। ये सीगा सैकेंड पॉइंट x=1 ते फंक्शन की मिनीमम वैल्यू x=-3 ते वैल्यू पॉइंट ऑफ इनफ्लैक्शन हो गया। हुण किते चैक करना x=3 -3/5 जो तीसरा वैल्यू आई सी उहदे उत्ते। अगेन सेम प्रोसीजर बच्चे कहता एक्स की वैल्यू जेकर -3/5 तो लैस भरांगे तो डेरीवेटिव के सिंबल क्या आउणगे पहली वैल्यू नैगेटिव दूसरी पॉजिटिव फिर नैगेटिव देगी आंसर आएगा पॉजिटिव। जेकर 3 तो वड्डियां -3/5 तो वड्डियां पा रहे हैं फिर बच्चे माइनस प्लस प्लस के सिंबल आउणगे आंसर ओवरऑल की बनेगा नैगेटिव। जदों असी पॉजिटिव टू नैगेटिव वाल मूव करते हैं तो आंसर साडे कोल की रहेगा वो फंक्शन की वैल्यू उत्ते पॉइंट ते की होएगी मैक्सीमम वैल्यू होएगी। सो x=@x एक्स की वैल्यू जो -3/5 होएगी फंक्शन की होएगी मैक्सीमम वैल्यू। जे बच्चे तुसीं इहदी वैल्यू च कन्फ्यूज़ हो रहे हो कि नैगेटिव आंसर आऊगा पॉजिटिव जिवें हुण -3/5 आ
ਤਾਂ ਇਹਦੀ ਨੇਬਰਹੁੱਡ ਦੇ ਵਿੱਚੋਂ ਕੋਈ ਵੀ ਪੁਆਇੰਟ ਭਰ ਕੇ ਤੁਸੀਂ ਦੇਖ ਸਕਦੇ ਹੋ, ਜਿਵੇਂ -2/5 ਭਰ ਲਓ, ਇੱਕ ਇੱਧਰੋਂ -4/5 ਭਰ ਲਓ, ਇੱਕ ਵੱਡੀ ਵੈਲਿਊ, ਇੱਕ ਉਹ ਤੋਂ ਛੋਟੀ ਵੈਲਿਊ, ਵੱਡੀ ਵੈਲਿਊ ਅਤੇ ਇੱਕ ਉਹ ਤੋਂ ਛੋਟੀ ਵੈਲਿਊ ਭਰ ਕੇ ਦੇਖੋ ਆਪਣ ਫੰਕਸ਼ਨ ਦੇ ਵਿੱਚ ਡੈਰੀਵੇਟਿਵ ਦੇ ਵਿੱਚ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਦੇ ਸਿੰਬਲ ਸਾਡੇ ਕੋਲ ਕੀ ਆਉਣਗੇ, ਪੋਜ਼ੀਟਿਵ ਟੂ ਨੈਗੇਟਿਵ ਜਾਊਗਾ, ਨੈਗੇਟਿਵ ਟੂ ਪੋਜ਼ੀਟਿਵ ਜਾਊ ਜਾਂ ਫਿਕਸ ਰਹੂ। ਉਹੀ ਪੁਆਇੰਟ ਸਾਨੂੰ ਫਿਰ ਉਹਦੇ ਅਕੋਰਡਿੰਗ ਅਸੀਂ ਕੰਡੀਸ਼ਨ ਲਾ ਲਾਂਗੇ ਕਿ ਮਿਨੀਮਮ ਵੈਲਿਊ ਹੋਊਗੀ ਇੱਕ ਮੈਕਸੀਮਮ ਵੈਲਿਊ ਹੋਊਗੀ। ਨੈਕਸਟ ਵੀਡੀਓ ਦੇ ਵਿੱਚ ਅਸੀਂ ਇਹਦਾ ਸੈਕਿੰਡ ਪਾਰਟ ਕਰਾਂਗੇ, ਸੈਕਿੰਡ ਮੈਥਡ ਕਰਾਂਗੇ, ਸੈਕਿੰਡ ਆਰਡਰ ਡੈਰੀਵੇਟਿਵ। ਜਦ ਤੱਕ ਤੁਸੀਂ ਬੱਚੇ ਇਹਨੂੰ ਕਲੀਅਰ ਕਰੋ। ਥੈਂਕ ਯੂ ਫॉर ਵਾਚਿੰਗ।